32 ਕਿਸਾਨ ਜਥੇਬੰਦੀਆਂ ਦੀ ਕਚਹਿਰੀ ਵਿੱਚ ਅੱਜ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਪੇਸ਼ ਹੋਈਆਂ। ਕਿਸਾਨਾਂ ਨੇ ਸਵਾਲ ਕੀਤੇ ਅਤੇ ਸਿਆਸਤਦਾਨਾਂ ਨੇ ਜਵਾਬ ਦਿੱਤੇ। ਕੀ ਰਿਹਾ ਅੱਜ ਦੀ ਇਸ ਬੈਠਕ ਦਾ ਖਾਸ ਨਿਚੋੜ? ਉਹ ਖਾਸ ਚਰਚਾ ਲੈ ਕੇ ਹਾਜ਼ਰ ਹਨ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ। खास खबर खास चर्चा खास खबर भी यही है जी कि 32 जथेबंदियां ने अज पंजाब ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਮੇਜ਼ ਤੇ ਬਿਠਾਇਆ, ਸਾਹਮਣੇ ਬਿਠਾਇਆ ਤੇ ਖਾਸ ਚਰਚਾ ਵੀ ਇਹੀ ਮੰਗਦੀ ਹੈ ਕਿ ਉਹਦੇ ਵਿੱਚੋਂ ਨਿਕਲਿਆ ਕੀ। ਪੰਜਾਬ ਦੀਆਂ 32 ਜਥੇਬੰਦੀਆਂ ਨੇ ਅੱਜ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਨੂੰ ਸੱਦਿਆ ਸੀ, ਕੱਲੀ ਕੱਲੀ ਨੂੰ ਬੁਲਾਇਆ, ਸਮੇਂ ਸਿਰ ਬੁਲਾਇਆ, ਸਮੇਂ ਸਿਰ ਅੰਦਰ ਬਿਠਾਇਆ। ਕਿਸੇ ਨੂੰ ਅੱਧਾ ਘੰਟਾ ਸੀ, ਕਿਸੇ ਨੂੰ 20 ਮਿੰਟ ਸੀ। ਸਾਰੀਆਂ ਪਾਰਟੀਆਂ ਦੀ ਗੱਲ ਸੁਣੀ ਤੇ ਆਪਣੀ ਗੱਲ ਰੱਖੀ। ਲਗਭਗ ਸਾਰੀਆਂ ਪਾਰਟੀਆਂ ਪਹੁੰਚੀਆਂ। ਸਭ ਤੋਂ ਪਹਿਲਾਂ ਅਕਾਲੀ ਦਲ ਨੂੰ ਸੁਣਿਆ, ਕਿਉਂਕਿ ਚਿੱਠੀ ਅਕਾਲੀ ਦਲ ਨੇ ਲਿਖੀ ਸੀ ਕਿ ਜੀ ਸਾਨੂੰ ਰੋਕਿਆ ਜਾ ਰਿਹਾ ਪਿੰਡਾਂ 'ਚ ਜਾਣ ਤੋਂ, ਸਾਡੇ ਖਿਲਾਫ ਪ੍ਰਦਰਸ਼ਨ ਹੁੰਦੇ ਆ ਜੀ, ਸਾਡਾ ਲੋਕਤੰਤਰਕ ਹੱਕ ਹੈ ਜੀ, ਅਸੀਂ ਕਿਸਾਨਾਂ ਲਈ ਬਹੁਤ ਕੁਝ ਕੀਤਾ। ਬੜਾ ਲੰਬਾ ਚੌੜਾ ਉਸ ਚਿੱਠੀ 'ਚ ਲਿਖਿਆ ਸੀ ਸੁਖਬੀਰ ਸਿੰਘ ਬਾਦਲ ਨੇ। ਸੋ ਚਿੱਠੀ ਸਾਰੀ ਦੇ ਹਵਾਲੇ ਨਾਲ ਇਹਨਾਂ ਨੇ ਕਿਹਾ ਕਿ ਇਕੱਲੇ ਤੁਹਾਨੂੰ ਨਹੀਂ, ਸਾਰੀਆਂ ਪਾਰਟੀਆਂ ਨੂੰ ਬੁਲਾਉਂਦੇ ਆ। ਜਦੋਂ ਸਾਰੀਆਂ ਪਾਰਟੀਆਂ ਬੁਲਾਈਆਂ ਤਾਂ ਅੱਜ 32 ਜਥੇਬੰਦੀਆਂ ਦੇ ਆਗੂ ਅੰਦਰ ਬੈਠੇ ਸੀ ਤੇ ਬਾਹਰ ਇੰਤਜ਼ਾਰ ਕਰ ਰਹੀਆਂ ਸੀ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ, ਪੰਜਾਬ ਦੇ ਰਾਜਨੀਤਿਕ ਆਗੂ। ਅੱਜ ਲੋਕਤੰਤਰ ਦੀ ਇੱਕ ਨਵੇਕਲੀ ਤੇ ਅਸਲ ਤਸਵੀਰ ਨਜ਼ਰ ਆ ਰਹੀ ਸੀ, ਜਦੋਂ ਚੁਣੇ ਹੋਏ ਨੁਮਾਇੰਦੇ ਲੋਕਾਂ ਦੇ ਲਈ ਇੰਤਜ਼ਾਰ ਕੀਤਾ ਜਾ ਰਿਹਾ ਸੀ। ਹੁਣ ਤੱਕ ਉਲਟਾ ਹੁੰਦਾ ਸੀ ਕਿ ਲੋਕ ਉਹਨਾਂ ਦਾ ਇੰਤਜ਼ਾਰ ਕਰ ਰਹੇ ਸੀ। ਸੋ ਅੱਜ ਆਮ ਕਿਸਾਨਾਂ ਦੇ ਨੁਮਾਇੰਦੇ ਅੱਜ ਅੰਦਰ ਬੈਠੇ ਸੀ ਤੇ ਬਾਹਰ ਇੰਤਜ਼ਾਰ ਕਰ ਰਹੇ, ਸਾਡੀ ਵਾਰੀ ਕਦੋਂ ਆਊਗੀ ਜੀ, ਸਾਨੂੰ ਕਦੋਂ ਬੁਲਾਉਣਗੇ। ਸੋ ਸਭ ਤੋਂ ਪਹਿਲਾਂ ਅੰਦਰ ਅਕਾਲੀ ਦਲ ਨੂੰ ਬੁਲਾਇਆ, ਸਵਾਲ ਕੀਤਾ ਕਿ ਤੁਹਾਨੂੰ ਕਾਹਲ ਕੀ ਲੱਗੀ ਆ। ਅਜੇ 6 ਮਹੀਨੇ ਤੋਂ ਵੱਧ ਬਖਵਾ ਪਿਆ, ਤੁਸੀਂ ਤਾਂ 8 ਮਹੀਨੇ ਪਹਿਲਾਂ ਹੀ ਚੋਣ ਪ੍ਰਚਾਰ ਸ਼ੁਰੂ ਕਰਤਾ, ਪਿਛਲੇ 1.5-2 ਮਹੀਨੇ ਤੁਸੀਂ ਲੱਗੇ ਹੋ, ਇੰਨੀ ਕਾਹਲ ਕੀ ਹੋ। ਸੋ ਇਸ ਦਾ ਜਵਾਬ ਨਹੀਂ ਸੀ ਅਕਾਲੀ ਦਲ ਕੋਲ। ਫਿਰ ਦੂਸਰਾ ਸਵਾਲ ਸੀਗਾ ਕਿ ਤੁਸੀਂ ਜਿਹੜੇ ਚੋਣ ਮੈਨੀਫੈਸਟੋ ਐਲਾਨ ਰਹੇ ਹੋ, 13 ਨੁਕਾਤੀ ਫਾਰਮੂਲਾ, ਉਹਨੂੰ ਕਾਨੂੰਨੀ ਦਰਜਾ ਦਿਓਗੇ, ਕਾਨੂੰਨੀ ਮਾਨਤਾ ਦਿਓਗੇ? ਜੇਕਰ ਉਹ ਵਾਅਦੇ ਤੁਸੀਂ ਪੂਰੇ ਨਾ ਕੀਤੇ, ਕੀ ਤੁਹਾਡੇ 'ਤੇ ਕਾਨੂੰਨੀ ਕਾਰਵਾਈ ਨਹੀਂ ਹੋਣੀ ਚਾਹੀਦੀ? ਇਹ ਸਵਾਲ ਸੀਗਾ। ਇਸ ਦਾ ਜਵਾਬ ਉਹਨਾਂ ਨੇ ਗੋਲ-ਮੋਲ ਢੰਗ ਨਾਲ ਦਿੱਤਾ। ਤੀਸਰਾ ਸੀਗਾ ਕਿ ਤੁਸੀਂ ਜਿਹੜੇ ਪੰਜਾਬ 'ਚ ਵੋਟਾਂ ਮੰਗਣ ਜਾ ਰਹੇ ਹੋ, ਦਿੱਲੀ ਜਾ ਕੇ ਧਰਨੇ ਕਿਉਂ ਨਹੀਂ ਲਾਉਂਦੇ? ਨਰਿੰਦਰ ਮੋਦੀ ਦੇ ਘਰ ਮੂਹਰੇ ਧਰਨੇ 'ਤੇ ਕਿਉਂ ਨਹੀਂ ਬੈਠਦੇ ਕਿ ਪਹਿਲਾਂ ਤਿੰਨ ਖੇਤੀ ਕਾਨੂੰਨ ਰੱਦ ਕਰੋ? ਇਸੇ ਤਰ੍ਹਾਂ ਦੇ ਸਵਾਲ ਅਗਲੀ ਵਾਰੀ ਜਦੋਂ ਆਈ ਤਾਂ ਆਈ ਜੀ ਕਾਂਗਰਸ ਪਾਰਟੀ ਦੀ, ਨਵਜੋਤ ਸਿੱਧੂ, ਪ੍ਰਗਟ ਸਿੰਘ, ਫਿਰ ਉਹਨਾਂ ਦੇ ਨਾਲ ਹੀ ਕੁਲਜੀਤ ਨਾਗਰਾ। ਸੋ ਇਹ ਆਗੂ ਅੰਦਰ ਪਹੁੰਚੇ। ਇਹਨਾਂ ਮੂਹਰੇ ਵੀ ਇਹੀ ਸਵਾਲ ਆਏ ਕਿ ਕੀ ਤੁਸੀਂ ਕਾਨੂੰਨੀ ਦਰਜਾ ਦਿਓਗੇ ਆਪਣੇ ਚੋਣ ਮੈਨੀਫੈਸਟੋ ਨੂੰ? ਕੀ ਤੁਸੀਂ ਪੰਜਾਬ ਦੇ ਵਿੱਚ ਕਾਹਲ ਕਿਉਂ ਕਰ ਰਹੇ ਹੋ ਪ੍ਰਚਾਰ ਕਰਨ ਲਈ? ਤੁਸੀਂ ਕਿਉਂ ਰੈਲੀਆਂ ਦੀ ਤਿਆਰੀ ਕਰ ਰਹੇ ਹੋ? ਤੇ ਇਸ ਮਸਲੇ ਉਹਨਾਂ ਨੇ ਕਿਹਾ ਨਹੀਂ ਜੀ, ਕਿਸਾਨ ਤਾਂ ਸਾਡੀ ਦਸਤਾਰ ਨੇ, ਸਾਡੀ ਪੱਗ ਨੇ, ਸਾਡੀ ਸ਼ਾਨ ਨੇ। ਨਵਜੋਤ ਸਿੱਧੂ ਜਿਹੜਾ ਅੰਦਾਜ਼ ਹੈ, ਉਹਨਾਂ ਨੇ ਉਸੇ ਅੰਦਾਜ਼ ਵਿੱਚ ਆਪਣੀ ਗੱਲ ਰੱਖੀ। ਤੇ ਉਸ ਤੋਂ ਬਾਅਦ ਉਹਨਾਂ ਮੂਹਰੇ ਵੀ ਇਹੀ ਸਵਾਲ ਆਇਆ ਤੇ ਨਵਜੋਤ ਸਿੱਧੂ ਹੋਰਾਂ ਨੇ, ਕੁਲਜੀਤ ਨਾਗਰਾ ਹੋਰਾਂ ਨੇ ਅੰਦਰ ਕਿਹਾ ਕਿ ਜੇ ਤੁਸੀਂ ਕਹੋ ਤਾਂ ਅਸੀਂ ਦਿੱਲੀ ਨਰਿੰਦਰ ਮੋਦੀ ਦੇ ਘਰ ਮੂਹਰੇ ਜਾ ਕੇ ਧਰਨਾ ਲਾਉਣ ਲਈ ਤਿਆਰ ਹਾਂ, ਸਾਰੇ ਪੰਜਾਬ ਦੇ MLA ਤੇ MP ਆਉਣ। ਜਥੇਬੰਦੀਆਂ ਨੇ ਕਿਹਾ ਕਿ ਅਸੀਂ ਕਿਉਂ ਕਹੀਏ, ਤੁਹਾਨੂੰ ਆਪਣੇ ਫਰਜ਼ ਦੀ ਆਪਣੇ ਆਪ ਪਹਿਚਾਣ ਹੋਣੀ ਚਾਹੀਦੀ ਆ। ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ BJP ਨੂੰ ਛੱਡ ਕੇ ਲਗਭਗ ਸਾਰੀਆਂ ਦਮ ਭਰਦੀਆਂ ਨੇ ਕਿ ਅਸੀਂ ਕਿਸਾਨਾਂ ਦੇ ਨਾਲ ਹਾਂ, ਅਸੀਂ ਕਿਸਾਨਾਂ ਦੇ ਹੱਕ 'ਚ ਹਾਂ, ਅਸੀਂ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਹਾਂ। ਫਿਰ ਕਹਿੰਦੇ ਤੁਸੀਂ ਕੀਤਾ ਕੀ? ਜੇ ਕਿਸਾਨਾਂ ਦੇ ਹੱਕ 'ਚੋਂ ਤਾਂ ਤਿੰਨ ਖੇਤੀ ਕਾਨੂੰਨ ਰੱਦ ਕਰਾਉਣ ਲਈ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਨੇ ਕੀਤਾ ਕੀ ਹੁਣ ਤੱਕ? ਇਸ ਦਾ ਜਵਾਬ ਦੇ ਦੇਣ। ਕੀ ਉਹ ਕੋਈ ਮੈਮੋਰੈਂਡਮ ਲੈ ਕੇ ਗਏ? ਕੀ ਉਹ ਕੋਈ ਧਰਨਾ ਲਾਉਣ ਗਏ? ਕੀ ਕਦੇ ਕੇਂਦਰ ਸਰਕਾਰ ਨਾਲ ਗੱਲ ਕੀਤੀ? ਕੀ ਕੋਈ ਸਾਂਝਾ ਵਫਦ ਗਿਆ? ਨਹੀਂ, ਘਰਾਂ 'ਚ ਬੈਠੇ ਸੀ ਤੇ ਜਦੋਂ ਨਿਕਲੇ ਤਾਂ ਸਿਰਫ ਵੋਟਾਂ ਮੰਗਣ ਲਈ। ਸੋ ਇਸ ਨੂੰ ਲੈ ਕੇ ਸਵਾਲ ਸੀਗਾ ਕਿ ਅੱਜ ਤੁਹਾਨੂੰ ਵੋਟਾਂ ਮੰਗਣ ਦੀ ਇੰਨੀ ਕਾਹਲ ਕਿਉਂ ਹੋਈ? ਸੋ ਉਸ ਦਾ ਜਵਾਬ ਨਹੀਂ ਸੀਗਾ ਨਾ ਪੋਲੀਟੀਕਲ ਪਾਰਟੀਆਂ ਕੋਲ। ਤੇ ਉਸ ਦੇ ਬਾਵਜੂਦ ਫਿਰ ਬਾਕੀ ਪਾਰਟੀਆਂ ਵੀ ਲਾਈਨ 'ਚ ਸੀਗੀਆਂ। ਆਮ ਆਦਮੀ ਪਾਰਟੀ ਵੀ ਆਈ, ਉਹਨਾਂ ਮੂਹਰੇ ਜਿੱਥੇ 2 ਸਵਾਲ ਸੀਗੇ ਉੱਥੇ ਤੀਜਾ ਸਵਾਲ ਇਹ ਵੀ ਸੀਗਾ ਕਿ ਤੁਸੀਂ ਕਿਉਂ ਨਹੀਂ ਦਿੱਲੀ ਦੇ ਵਿੱਚ ਆਪਣੀ ਸਰਕਾਰ ਹੈ, ਉੱਥੇ ਕਿਉਂ ਨਹੀਂ ਰੱਦ ਕੀਤੇ ਤਿੰਨ ਖੇਤੀ ਕਾਨੂੰਨ? ਉਹ ਕਹਿੰਦੇ ਜੀ ਮਤਾ ਲਿਆਂਦਾ। ਕਹਿੰਦੇ ਮਤਾ ਪਤਾ ਕਰੋ, ਜੇ ਆਇਆ ਰੱਦ ਹੋਇਆ, ਨਹੀਂ ਹੋਇਆ ਉਹਦੀ ਜਾਣਕਾਰੀ ਦਿਓ। ਪਰ ਉਹਨਾਂ ਨੂੰ ਵੀ ਕਿਹਾ ਗਿਆ, ਉਹ ਕਹਿੰਦੇ ਜੀ ਸਾਨੂੰ ਤੁਸੀਂ ਰੋਕੀ ਜਾਂਦੇ ਹੋ, ਅਕਾਲੀ ਦਲ ਵਾਲਿਆਂ ਨੂੰ ਰੋਕਦੇ ਨਹੀਂ, ਕਾਂਗਰਸ ਵਾਲੇ ਸਰਕਾਰ ਬਾਈ ਜੀ ਆਪਣਾ ਕੰਮ ਕਰੀ ਜਾਂਦੇ ਨੇ, ਅਸੀਂ ਪਿੱਛੇ ਰਹਿ ਜਾਂਗੇ ਜੀ। ਸੋ ਇਸ ਲਈ ਕਹਿੰਦੇ ਜੀ ਸਾਰਿਆਂ ਨੂੰ ਰੋਕੋ। ਬੈਂਸ ਭਰਾ ਵੀ ਆਏ, ਉਹ ਕਹਿੰਦੇ ਜੀ ਸਾਨੂੰ ਗਿਲਾ ਹੈ, ਸਾਰੇ ਇਕੱਠੇ ਕਿਉਂ ਨਹੀਂ ਬੁਲਾਏ? ਸੋ ਇਹ ਜਥੇਬੰਦੀਆਂ ਨੂੰ ਪਤਾ ਸੀ ਕਿ ਜੇ ਇਕੱਠੇ ਬਿਠਾਉਂਦੇ ਤਾਂ ਕਾਟੋ ਕਲੇਸ਼ ਪੈਣਾ ਸੀ, ਇਹਨਾਂ ਨੇ ਆਪਸ 'ਚ ਲੜਨਾ ਸੀ, ਕੁੱਕੜ ਖੇਡ ਹੋਣੀ ਸੀ। ਇਸ ਲਈ ਇਕੱਲੇ ਨੂੰ ਸਵਾਲ ਕੀਤੇ, ਕੱਲੀ ਪਾਰਟੀ ਨੂੰ, ਕੱਲੀ ਪਾਰਟੀ ਦੇ ਜਵਾਬ ਸੁਣੇ। ਤੇ ਹੁਣ ਸਾਂਝੀ ਪ੍ਰੈਸ ਕਾਨਫਰੰਸ ਕਰਕੇ ਐਲਾਨਿਆ ਜਾਏਗਾ ਕਿ ਇੱਕ ਤਾਂ ਜਦੋਂ ਤੱਕ ਪੰਜਾਬ ਦੇ ਵਿੱਚ ਚੋਣਾਂ ਦਾ ਐਲਾਨ ਨਹੀਂ ਹੋ ਜਾਂਦਾ ਤਦ ਤੱਕ ਪਾਰਟੀਆਂ ਚੋਣ ਪ੍ਰਚਾਰ ਕਰਨ ਨਾ ਨਿਕਲਣ। ਜਦੋਂ ਤੱਕ ਪੰਜਾਬ ਦੇ ਵਿੱਚ ਚੋਣ ਜਾਬਤਾ ਨਹੀਂ ਲੱਗਦਾ ਤਦ ਤੱਕ ਤੁਸੀਂ, ਚੋਣ ਜਾਬਤਾ ਹੋ ਸਕਦਾ ਬਹੁਤ ਨੇੜੇ ਜਾ ਕੇ ਲੱਗੇ, ਚੋਣਾਂ ਦਾ ਐਲਾਨ ਤਰੀਕ, ਜਦੋਂ ਚੋਣਾਂ ਦੀ ਤਰੀਕ ਦਾ ਐਲਾਨ ਹੋਵੇ ਉਸ ਤੋਂ ਬਾਅਦ ਹੀ ਰਾਜਨੀਤਿਕ ਪਾਰਟੀਆਂ ਚੋਣ ਪ੍ਰਚਾਰ ਨਹੀਂ ਨਿਕਲਣ, ਉਸ ਤੋਂ ਪਹਿਲਾਂ ਨਹੀਂ। ਉਸ ਤੋਂ ਪਹਿਲਾਂ ਜੇਕਰ ਤੁਸੀਂ ਇੰਨਾ ਹੀ ਕਿਸਾਨ ਹਿਤੈਸ਼ੀ ਹੋ, ਪੰਜਾਬ ਹਿਤੈਸ਼ੀ ਹੋ, ਦੇਸ਼ ਦੇ ਅੰਨਦਾਤੇ ਦੇ ਨਾਲੋਂ, ਤਾਂ ਦਿੱਲੀ ਦਾ ਰੁੱਖ ਕਰੋ, ਕੇਂਦਰ ਸਰਕਾਰ ਦੇ ਘਰ ਮੂਹਰੇ ਧਰਨਾ ਲਓ। ਅਸੀਂ ਨਹੀਂ ਕਹਿਣਾ, ਤੁਸੀਂ ਆਪਣਾ ਫਰਜ਼ ਆਪ ਪਹਿਚਾਣੋ। ਤੇ ਕੀ ਹੁਣ
ਅੱਜ ਜਿਹੜਾ ਲੋਕਤੰਤਰਕ ਤਸਵੀਰ 36 ਸੈਕਟਰ 'ਚ ਨਜ਼ਰ ਆਈ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਲਾਈਨਬੱਧੀ ਖੜ੍ਹ ਕੇ ਇੰਤਜ਼ਾਰ ਕਰ ਰਹੀਆਂ ਸਨ, ਕਤਾਰਬੱਧੀ ਖੜ੍ਹ ਕੇ ਇੰਤਜ਼ਾਰ ਕਰ ਰਹੀਆਂ ਸਨ ਕਿ ਹਾਂ ਜੀ ਸਾਨੂੰ ਅੰਦਰ ਬੁਲਾਇਆ ਜਾਵੇ। ਸੋ ਪਹਿਲਾਂ ਅਕਾਲੀ ਦਲ ਬੁਲਾਈ, ਫਿਰ ਕਾਂਗਰਸ ਬੁਲਾਈ, ਫਿਰ ਆਮ ਆਦਮੀ ਪਾਰਟੀ ਬੁਲਾਈ, ਫਿਰ ਬੈਂਸ ਭਰਾ ਬੁਲਾਏ, ਫਿਰ ਖੱਬੀਆਂ ਧਿਰਾਂ ਬੁਲਾਈਆਂ, ਫਿਰ ਕੁਝ ਹੋਰ ਨਵੀਆਂ ਪਾਰਟੀਆਂ ਬੁਲਾਈਆਂ, ਬਹੁਜਨ ਸਮਾਜ ਪਾਰਟੀ ਬੁਲਾਈ। ਸੋ ਸਾਰੇ ਲੀਡਰ ਆਏ, ਉਹਨਾਂ ਨੇ ਆਪਣੀ ਗੱਲ ਰੱਖੀ। ਜ਼ਿਆਦਾਤਰ ਨੇ ਤਾਂ ਇਹੀ ਕਿਹਾ ਕਿ ਅਸੀਂ ਤੁਹਾਡੇ ਨਾਲ ਹਾਂ ਜੀ, ਜੋ ਤੁਸੀਂ ਸਾਨੂੰ ਹੁਕਮ ਕਰੋਗੇ ਉਸ ਅਨੁਸਾਰ ਚੱਲਾਂਗੇ ਜੀ। ਸੋ ਅੱਜ ਲੋਕਾਂ ਦਾ ਹੁਕਮ ਮੰਨਦੇ, ਲੋਕਾਂ ਦਾ ਹੁਕਮ ਪ੍ਰਵਾਨ ਕਰਦੇ ਨਜ਼ਰ ਆਏ ਪੰਜਾਬ ਦੇ ਰਾਜਨੀਤਿਕ ਲੀਡਰ, ਜਿਹੜੇ ਕਦੇ ਮਿਲਣ ਤੋਂ ਵੀ ਡਰਦੇ ਸੀ, ਕਦੇ ਮਿਲਣ ਤੋਂ ਵੀ ਭੱਜਦੇ ਸੀ। ਇਸ ਲਈ ਅੱਜ ਨਿਵੇਕਲੀ ਤਸਵੀਰ ਸੀ, ਇੱਕ ਬੜੀ ਕਮਾਲ ਦੀ ਤਸਵੀਰ ਉੱਭਰ ਕੇ ਆਈ। ਸੋ ਹੁਣ ਜਿੰਨੀਆਂ 32 ਜਥੇਬੰਦੀਆਂ ਨੇ ਪੰਜਾਬ ਦੀਆਂ, ਉਹਨਾਂ ਸਾਰਿਆਂ ਨੇ ਇੱਕ ਤਰ੍ਹਾਂ ਨਾਲ ਇਸ ਨੁਕਤੇ 'ਤੇ ਕੰਮ ਕੀਤਾ ਕਿ ਹੁਣ ਤੁਸੀਂ ਉਸ ਦਿਨ ਤੱਕ ਪੰਜਾਬ ਚੋਣ ਪ੍ਰਚਾਰ ਕਰਨ ਨਹੀਂ ਜਾਓਗੇ ਜਦੋਂ ਤੱਕ 3 ਖੇਤੀ ਕਾਨੂੰਨ ਜਾਂ ਤਾਂ ਵਾਪਸ ਨਹੀਂ ਹੁੰਦੇ, ਜਾਂ ਫਿਰ ਉਸ ਤੋਂ ਪਹਿਲਾਂ ਪੰਜਾਬ 'ਚ ਚੋਣਾਂ ਦਾ ਐਲਾਨ ਨਹੀਂ ਹੁੰਦਾ। ਜਦੋਂ ਚੋਣ ਕਮਿਸ਼ਨ ਵੋਟਾਂ ਦਾ ਐਲਾਨ ਕਰੇ, ਉਹ ਤੋਂ ਬਾਅਦ ਹੀ ਵੋਟਾਂ ਮੰਗਣ ਜਾਇਆ ਜਾਵੇ। ਉਸ ਤੋਂ ਪਹਿਲਾਂ ਤੁਸੀਂ ਪੰਜਾਬ ਦਾ ਮਾਹੌਲ, ਰਾਜਨੀਤਿਕ ਪਾਰਟੀਆਂ ਕਹਿੰਦੀਆਂ ਜੀ ਐਂ ਨਾ ਹੋਵੇ ਜੀ ਕਿਤੇ ਕੇਂਦਰ ਰਾਸ਼ਟਰਪਤੀ ਰਾਜ ਲਾ ਦੇਵੇ ਜੀ। ਉਹ ਕਹਿੰਦੇ ਮਾਹੌਲ ਤੁਹਾਡੇ ਜਾਣ ਨਾਲ ਵਿਗੜ ਰਿਹਾ। ਮੋਗਾ ਵਰਗੇ ਕਾਂਡ ਜੇਕਰ ਹੋਣਗੇ ਤਾਂ ਰਾਸ਼ਟਰਪਤੀ ਰਾਜ ਲੱਗਣ ਦੇ ਖਤਰੇ ਵਧਣਗੇ। ਸੋ ਤਾਂ ਹੀ ਹੋਣਗੇ ਜੇ ਤੁਸੀਂ ਵੋਟਾਂ ਮੰਗਣ ਜਾ ਰਹੇ ਹੋ, ਤੁਸੀਂ ਪਿੰਡਾਂ 'ਚ ਪਾੜਾ ਪਾ ਰਹੇ ਹੋ, ਪਿੰਡਾਂ 'ਚ ਧੜੇਬਾਜ਼ੀ ਪੈਦਾ ਕਰ ਰਹੇ ਹੋ। ਇਸ ਲਈ ਅਜੇ ਮਿਸ਼ਨ ਕਿਸਾਨੀ ਚੱਲ ਰਿਹਾ, ਅਜੇ ਮਸਲਾ 3 ਖੇਤੀ ਕਾਨੂੰਨਾਂ ਦਾ ਚੱਲ ਰਿਹਾ, ਅਜੇ MSP ਹਾਸਲ ਕਰਨ ਦਾ ਮਸਲਾ ਚੱਲ ਰਿਹਾ, ਅਤੇ ਤੁਹਾਨੂੰ ਵੋਟਾਂ ਹਾਸਲ ਕਰਕੇ 2022 ਦੀ ਕੁਰਸੀ ਹਾਸਲ ਕਰਨ ਦੀ ਕਾਹਲ ਪਈ ਹੈ। ਸੋ ਇਸ ਲਈ ਕਹਿੰਦੇ ਮਨਜ਼ੂਰ ਨਹੀਂ ਹੈ। ਸੋ ਇਸ ਨੂੰ ਲੈ ਕੇ ਅੱਜ ਹਦਾਇਤ ਜਾਰੀ ਹੋ ਗਈ ਹੈ। ਇਸ ਹਦਾਇਤ ਦੇ ਉੱਤੇ ਲਗਭਗ ਸਾਰੀਆਂ ਪੋਲੀਟੀਕਲ ਪਾਰਟੀਆਂ ਅੱਜ ਇੱਕ ਸੁਰ 'ਚ ਨਜ਼ਰ ਆਈਆਂ। ਬੇਸ਼ੱਕ ਵੱਖਰੀਆਂ ਬਾਹਰ ਆਉਂਦੀਆਂ ਸੀ, ਬਾਹਰ ਆ ਕੇ ਮੀਡੀਆ ਨਾਲ ਗੱਲਬਾਤ ਕਰਦੀਆਂ ਸੀ। ਅਕਾਲੀ ਦਲ ਨੇ ਤਾਂ ਇਹ ਵੀ ਕਿਹਾ ਕਿ ਜੇਕਰ ਸਾਨੂੰ ਹੁਕਮ ਕਰਨਾ ਜੀ ਇੱਕ ਦਿਨ ਆਪਣੇ ਵਰਕਰ ਭੇਜ ਸਕਦੇ ਹਾਂ ਜੀ, ਆਪਣਾ ਇਕੱਠ ਭੇਜ ਸਕਦੇ ਹਾਂ। ਉਹ ਕਹਿੰਦੇ ਸਾਨੂੰ ਲੋੜ ਨਹੀਂ, ਕਿਉਂਕਿ ਪੰਜਾਬ ਦਾ ਕੋਈ ਵੀ ਵਿਅਕਤੀ ਕਿਸੇ ਪਾਰਟੀ ਨਾਲ ਹੋਵੇ, ਕਿਸੇ ਧੜੇ ਨਾਲ ਹੋਵੇ, ਕਿਸੇ ਧਰਮ ਨਾਲ ਹੋਵੇ, ਕਿਸੇ ਫਿਰਕੇ ਨਾਲ ਹੋਵੇ, ਪਹਿਲਾਂ ਪੰਜਾਬੀ ਆ ਅਤੇ ਉਹਦਾ ਧੁਰਾ ਕਿਸਾਨੀ ਦੇ ਆਲੇ ਦੁਆਲੇ। ਸੋ ਇਸ ਲਈ ਉਹ ਬਤੌਰ ਕਿਸਾਨ, ਬਤੌਰ ਪੰਜਾਬੀ ਉਹ ਆਪਣੇ ਆਪ ਨਿਕਲ ਕੇ ਆਵੇ, ਪਾਰਟੀ ਦਾ ਧੜਾ ਬਣ ਕੇ ਨਾ ਆਵੇ। ਸੋ ਇਸ ਲਈ ਕਹਿੰਦੇ ਦੂਸਰਾ ਇਸੇ ਤਰ੍ਹਾਂ ਜਿਵੇਂ ਕਾਂਗਰਸ ਨੇ ਕਿਹਾ ਕਿ ਜੀ ਅਸੀਂ ਮੋਦੀ ਦੇ ਘਰ ਮੂਹਰੇ ਧਰਨਾ ਲਾਉਣ ਲਈ ਤਿਆਰ ਹਾਂ, ਸਾਨੂੰ ਹੁਕਮ ਕਰੋ। ਹੁਕਮ ਅਸੀਂ ਨਹੀਂ ਕਰਨਾ, ਤੁਸੀਂ ਆਪ ਆਪਣਾ ਫਰਜ਼ ਪਛਾਣੋ ਔਰ ਸਾਰੇ ਇਕੱਠੇ ਹੋਵੋ, ਸਾਰੇ ਇਕੱਠੇ ਹੋ ਕੇ ਆਓ ਦਿੱਲੀ ਨੂੰ, ਧਰਨਾ ਲਾਓ, ਫਿਰ ਦੇਖਦੇ ਹਾਂ ਤੁਹਾਡੇ 'ਚ ਕਿੰਨਾ ਕੁ ਦਮ ਹੈ। ਸੋ ਇਸ ਲਈ ਇਹ ਸਾਰੇ ਅੱਜ ਦੀ ਕਵਾਇਦ ਦੇ ਵਿੱਚੋਂ ਇੱਕ ਤਾਂ ਤਸਵੀਰ ਉਧਰੀ ਲੋਕਤੰਤਰ ਦਾ ਨਵਾਂ ਚਿਹਰਾ ਉੱਭਰ ਕੇ ਆਇਆ ਕਿ ਲੋਕਾਂ ਦੇ ਚੁਣੇ ਨੁਮਾਇੰਦੇ ਹੁਣ ਲੋਕ ਕਚਹਿਰੀਆਂ 'ਚ ਪੇਸ਼ ਹੁੰਦੇ ਨੇ, ਕਤਾਰਬੱਧੀ ਖੜ੍ਹ ਕੇ ਲੋਕਾਂ ਦਾ ਇੰਤਜ਼ਾਰ ਕਰਦੇ ਨੇ ਕਿ ਹਾਂ ਜੀ ਸਾਨੂੰ ਮਿਲ ਲੈਣ ਦਿਓ ਅੰਦਰ ਜਾ ਕੇ। ਅਤੇ ਦੂਸਰਾ ਇਹਦਾ ਅਸਰ ਆਉਣ ਵਾਲੇ ਦਿਨਾਂ 'ਚ ਨਜ਼ਰ ਆਏਗਾ। ਇਸ ਵਾਰ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਸਾਫ਼ ਸੁਥਰਾ ਹੋਣ ਦੀ ਸੰਭਾਵਨਾ ਬਣ ਗਈ ਹੈ ਅਤੇ ਲੋਕ ਸਵਾਲ ਕਰਨਗੇ, ਕਿਉਂਕਿ ਅੰਦੋਲਨ ਨੇ ਚੇਤਨਤਾ ਪੈਦਾ ਕੀਤੀ ਆ। ਸੋ ਲੋਕ ਇਸ ਵਾਰ ਸਵਾਲ ਕਰਨਗੇ ਅਤੇ ਉਹਨਾਂ ਸਵਾਲਾਂ ਦੇ ਜਵਾਬ ਲੀਡਰ ਕਿੰਨੇ ਕੁ ਦੇ ਪਾਉਣਗੇ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਪਰ ਇਸ ਵਾਰ ਚੋਣ ਵਾਅਦੇ ਉਨੇ ਕੀ ਹੋਣਗੇ ਜਿਹੜੇ ਪੂਰੇ ਕੀਤੇ ਜਾ ਸਕਣਗੇ, ਅਤੇ ਉਹ ਚੋਣ ਵਾਅਦੇ ਮੈਨੂੰ ਲੱਗਦਾ ਕਾਨੂੰਨੀ ਦਰਜਾ ਦੇਣ ਤੱਕ ਦੀ ਗੱਲ ਜਾਏਗੀ। ਉਹ ਮੰਗ ਅੱਜ ਕਿਸਾਨਾਂ ਨੇ ਉਠਾ ਕੇ ਮੀਡੀਆ ਦੇ ਮੂਹਰੇ ਵੀ ਵੱਡਾ ਮੁੱਦਾ ਬਣਾਤਾ। ਸੋ ਇਹ ਲੋਕ ਮੁੱਦਾ ਬਣੇਗਾ ਕਿ ਚੋਣ ਵਾਅਦਾ ਜਿਹੜਾ ਵੀ ਚੋਣ ਮੈਨੀਫੈਸਟੋ ਜਾਰੀ ਕਰੋ, ਉਸ ਨੂੰ ਕਾਨੂੰਨ ਦਾ ਦਰਜਾ ਮਿਲੇ, ਕਾਨੂੰਨੀ ਰੂਪ 'ਤੇ ਮਾਨਤਾ ਹੋਵੇ। ਜੇ ਵਾਅਦਾ ਪੂਰਾ ਨਾ ਹੋਵੇ ਤਾਂ ਉਸ ਪਾਰਟੀਆਂ ਖਿਲਾਫ, ਉਹਨਾਂ ਆਗੂਆਂ ਖਿਲਾਫ ਕਾਨੂੰਨੀ ਕਾਰਵਾਈ ਹੋਵੇ। ਅਤੇ ਦੂਸਰਾ, ਉਦੋਂ ਤੱਕ ਵੋਟਾਂ ਨਹੀਂ ਜਦੋਂ ਤੱਕ ਕਾਨੂੰਨ ਵਾਪਸ ਨਹੀਂ, ਜਾਂ ਉਦੋਂ ਤੱਕ ਵੋਟਾਂ ਮੰਗਣ ਨਹੀਂ ਜਾਣਾ ਜਦੋਂ ਤੱਕ ਪੰਜਾਬ ਦੇ ਵਿੱਚ ਚੋਣਾਂ ਦਾ ਐਲਾਨ ਨਹੀਂ ਹੁੰਦਾ। ਸੋ ਲੀਡਰਾਂ ਨੂੰ ਅੱਜ ਸ਼ੀਸ਼ਾ ਵਿਖਾਇਆ ਗਿਆ। ਸੋ ਉਸ ਸ਼ੀਸ਼ੇ ਦੇ ਵਿੱਚ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਨੇ ਆਪਣਾ ਅਕਸ ਵੇਖ ਹੀ ਲਿਆ ਹੋਵੇਗਾ।